ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੈਥੋਲਿਕ ਚਰਚ ਨੂੰ ਦਿੱਤੀ ਸਲਾਹ, ਕਿਹਾ ਅੱਗੇ ਆ ਕੇ ਕਬੂਲ ਕਰੋ ਜ਼ਿੰਮੇਵਾਰੀ। ਹੁਣ ਦਸਤਾਰ ਬੰਨਣ ਵਾਲਿਆਂ ਨੂੰ ਹਾਰਡ ਹੈਲਮਟ ਤੋਂ ਰਾਹਤ। BC ਨੇ ਕੰਮ ਵਾਲੀਆਂ ਥਾਵਾਂ ਵਾਸਤੇ ਐਲਾਨ ਕੀਤੇ ਨਵੇਂ ਨਿਯਮ। ਮਈ ਮਹੀਨੇ ਕੈਨੇਡਾ ਨੇ ਗਵਾਈਆਂ 68,000 ਨੌਕਰੀਆਂ। ਕੈਨੇਡਾ ਦੇ ਵਿੱਚ ਮਈ ਦੇ ਮਹੀਨੇ ਬੇਰੁਜ਼ਗਾਰੀ ਦਰ ਰਹੀ 8.2%। ਏਅਰ ਕੈਨੇਡਾ ਅਗਲੇ ਮਹੀਨੇ ਕਰੇਗੀ ਉਡਾਨਾਂ ਸ਼ੁਰੂ। ਇਟਲੀ ਦੇ ਨਾਲ ਉਡਾਨਾਂ ਸ਼ੁਰੂ ਕਰ ਰਹੀ ਏਅਰਲਾਈਨ। 1984 ਘੱਲੂਘਾਰੇ ਸੰਬੰਧੀ ਕੈਨੇਡਾ ਦੇ ਵਿੱਚ ਹੋਵੇਗਾ ਕੱਲ ਨੂੰ ਸਮਾਗਮ। ਵੈਨਕੂਵਰ ਆਰਟ ਗੈਲਰੀ ਬਾਹਰ ਜਗਾਈਆਂ ਜਾਣਗੀਆਂ ਮੋਮਬੱਤੀਆਂ। 215 ਬੱਚਿਆਂ ਦੇ ਰਿਮੇਨ ਸੰਬੰਧੀ ਕੈਥੋਲਿਕ ਚਰਚ ਦੀ ਜੋ ਸਥਿਤੀ ਹੈ ਉਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਸੇ ਨਾਰਾਜ਼ ਨਜ਼ਰ ਆਏ ਨੇ। ਇਹਨਾਂ ਸਭ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਕੈਥੋਲਿਕ ਚਰਚ ਨੂੰ ਅੱਗੇ ਆ ਕੇ ਇਸ ਮਾਮਲੇ ਸੰਬੰਧੀ ਮੁਆਫੀ ਮੰਗਣੀ ਚਾਹੀਦੀ ਹੈ ਤੇ ਆਪਣੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਾਫੀ ਸਮਾਂ ਪਹਿਲਾਂ ਇਸ ਸੰਬੰਧੀ ਮੁਆਫੀ ਮੰਗਣ ਦੇ ਵਾਸਤੇ ਕਿਹਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਥੋਲਿਕ ਚਰਚ ਦੀ ਸਥਿਤੀ ਦੇ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਟਰੂਡੋ ਦਾ ਕਹਿਣਾ ਹੈ ਕਿ ਰੈਜ਼ੀਡੈਂਸ਼ੀਅਲ ਸਕੂਲ ਦੇ ਸੰਬੰਧੀ ਕੈਥੋਲਿਕ ਚਰਚ ਨੂੰ ਅੱਗੇ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ ਤੇ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਕੈਥੋਲਿਕ ਚਰਚ ਦੀ ਸਥਿਤੀ ਦੇ ਨਾਲ ਉਹ ਕਾਫੀ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਰੈਜ਼ੀਡੈਂਸ਼ੀਅਲ ਸਕੂਲ ਸੰਬੰਧੀ ਕੈਥੋਲਿਕ ਚਰਚ ਨੂੰ ਅੱਗੇ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਕੈਥੋਲਿਕ ਚਰਚ ਅੱਗੇ ਆ ਕੇ ਅਜਿਹਾ ਕਰਨ, ਜਾਣੀ ਕਿ ਜ਼ਿੰਮੇਵਾਰੀ ਚੁੱਕਣ ਅਤੇ ਮੁਆਫੀ ਮੰਗਣ, ਇਸ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਵੈਟੀਕਨ ਸਿਟੀ ਗਏ ਸਨ ਤਾਂ ਕਾਫੀ ਸਮਾਂ ਪਹਿਲਾਂ ਵੀ ਉਹਨਾਂ ਵੱਲੋਂ ਮੁਆਫੀ ਮੰਗਣ ਦੇ ਵਾਸਤੇ ਕਿਹਾ ਗਿਆ ਸੀ। 2017 ਦੇ ਵਿੱਚ ਉਹਨਾਂ ਵੱਲੋਂ ਪੌਪ ਨੂੰ ਕਿਹਾ ਗਿਆ ਕਿ ਕੈਥੋਲਿਕ ਚਰਚ ਦੇ ਰੋਲ ਸੰਬੰਧੀ ਮੁਆਫੀ ਮੰਗੀ ਜਾਵੇ। 2018 ਦੇ ਵਿੱਚ ਦ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਸਕੂਲ ਦੇ ਸੰਬੰਧੀ ਪੌਪ ਵੱਲੋਂ ਨਿੱਜੀ ਤੌਰ ਦੇ ਉੱਪਰ ਮੁਆਫੀ ਨਹੀਂ ਮੰਗੀ ਜਾਵੇਗੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਬਰਾਮਦ ਹੋਏ ਸਨ। ਪਿਛਲੇ ਹਫ਼ਤੇ ਇਸ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਉਮਰ 3 ਸਾਲ ਦੀ ਸੀ। ਇਸੇ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲ ਦੇ ਸੰਬੰਧੀ ਕੈਥੋਲਿਕ ਚਰਚ ਨੂੰ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ ਤੇ ਮੁਆਫੀ ਮੰਗਣੀ ਚਾਹੀਦੀ ਹੈ। Let me just say, Dylan, as a Catholic, I am deeply disappointed by the position that the Catholic Church has taken now and over the past many years. When I went to the Vatican a number of years ago, I directly asked His Holiness Pope Francis to move forward on apologizing, on asking for forgiveness, on restitution, on making these records available, and we're still seeing resistance from the church, possibly from the church in Canada. I think it's going to be a really important moment for all of us, particularly Catholics across the country, to reach out in our local parishes, to reach out to bishops and cardinals, and make it clear that we expect the church to take up and step up and take responsibility for its role in this and be there to help in the grieving and the healing, including with records, that is necessary. It's something a number of other churches, the United Church and others, have done. It's something we are all still waiting for the Catholic Church to do. ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਨ੍ਹਾਂ ਥਾਵਾਂ ਦੇ ਉੱਪਰ ਜ਼ਿਆਦਾ ਸੁਰੱਖਿਆ ਦੀ ਜ਼ਰੂਰਤ ਹੁੰਦੀ ਸੀ ਉੱਥੇ ਕੰਮ ਕਰਨ ਵਾਲਿਆਂ ਨੂੰ ਹਾਰਡ ਹੈਲਮਟ ਪਾਉਣ ਦੇ ਵਾਸਤੇ ਕਿਹਾ ਜਾਂਦਾ ਸੀ, ਪਰ ਜਿਨ੍ਹਾਂ ਵੱਲੋਂ ਦਸਤਾਰ ਬੰਨੀ ਜਾਂਦੀ ਹੈ ਉਹਨਾਂ ਨੂੰ ਇਸ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਾਫੀ ਲੰਬੇ ਸਮੇਂ ਤੋਂ ਇਸ ਦੇ ਨਾਲ ਜੁੜੀ ਹੋਈ ਮੰਗ ਕੀਤੀ ਜਾ ਰਹੀ ਸੀ ਕਿ ਹਾਰਡ ਹੈਲਮਟ ਪਾਉਣ ਤੋਂ ਰਾਹਤ ਉਹਨਾਂ ਨੂੰ ਦਿੱਤੀ ਜਾਵੇ ਜਿਹੜੇ ਦਸਤਾਰ ਬੰਨ੍ਹਦੇ ਨੇ। ਹੁਣ ਇਸ ਨੂੰ ਮਨਜ਼ੂਰ ਕਰ ਲਿਆ ਗਿਆ। ਲੇਬਰ ਮੰਤਰੀ ਹੈਰੀ ਬੈਂਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਤੰਬਰ 1 ਤੋਂ ਨਵੇਂ ਨਿਯਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿੱਥੇ ਜਿਹੜੇ ਦਸਤਾਰ ਬੰਨ੍ਹਦੇ ਨੇ ਉਹਨਾਂ ਨੂੰ ਹਾਰਡ ਹੈਲਮਟ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਵਾਲੀਆਂ ਥਾਵਾਂ ਦੇ ਲਈ ਨਵੇਂ ਹਾਰਡ ਹੈਟ ਰੂਲਸ ਲਿਆਂਦੇ ਜਾ ਰਹੇ ਨੇ।
ਇਹ ਨਵੇਂ ਨਿਯਮ ਖਾਸ ਤੌਰ ਦੇ ਉੱਪਰ ਉਹਨਾਂ ਦੇ ਵਾਸਤੇ ਲਿਆਂਦੇ ਜਾ ਰਹੇ ਨੇ ਜਿਹੜੇ ਦਸਤਾਰ ਬੰਨ੍ਹਦੇ ਹਨ। ਇਸ ਦੀ ਜਾਣਕਾਰੀ ਲੇਬਰ ਮਿਨਿਸਟਰ ਹੈਰੀ ਬੈਂਸ ਵੱਲੋਂ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਵਾਲੀਆਂ ਥਾਵਾਂ ਦੇ ਉੱਪਰ ਖਾਸ ਤੌਰ ਤੇ ਜਿੱਥੇ ਜ਼ਿਆਦਾ ਸੁਰੱਖਿਆ ਦੀ ਜ਼ਰੂਰਤ ਹੋਵੇ ਉੱਥੇ ਤੁਹਾਨੂੰ ਕਾਫੀ ਹਾਰਡ ਹੈਲਮਟ ਪਾਉਣੇ ਪੈਂਦੇ ਨੇ। ਇਸ ਦੌਰਾਨ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਦਸਤਾਰ ਦੀ ਜਗ੍ਹਾ ਦੇ ਉੱਪਰ ਸੁਰੱਖਿਆ ਦੇ ਵਾਸਤੇ ਹਾਰਡ ਹੈਲਮਟ ਪਾਏ ਜਾਣ। ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਤੋਂ ਛੁੱਟ ਦਿੱਤੀ ਜਾਵੇ। ਕਈਆਂ ਵੱਲੋਂ ਦਸਤਾਰ ਦੇ ਉੱਤੋਂ ਦੀ ਇਹ ਹਾਰਡ ਹੈਲਮਟ ਪਹਿਨਿਆ ਜਾਂਦਾ ਸੀ। ਹੁਣ ਸਰਕਾਰ ਵੱਲੋਂ ਇਹਨਾਂ ਜਗ੍ਹਾ ਦੇ ਉੱਪਰ ਢਿੱਲ ਦਿੰਦਿਆਂ ਕਿਹਾ ਗਿਆ ਕਿ ਸਾਰੀ ਸੁਰੱਖਿਆ ਜਾਣੀ ਸੇਫਟੀ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਖੁੱਲ੍ਹ ਦਿੱਤੀ ਜਾਵੇਗੀ ਕਿ ਇਹਨਾਂ ਥਾਵਾਂ ਦੇ ਉੱਪਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੱਗ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤ ਸਤੰਬਰ 1 ਤੋਂ ਹੋਣ ਜਾ ਰਹੀ ਹੈ। ਇਸ ਸੰਬੰਧੀ 2 ਜੂਨ ਨੂੰ MLA ਬੈਂਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਸਿੱਖਾਂ ਵੱਲੋਂ ਖਾਸ ਤੌਰ ਦੇ ਉੱਪਰ ਜਿਹੜੇ ਦਸਤਾਰ ਬੰਨ੍ਹਦੇ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਕੰਮ ਵਾਲੀਆਂ ਜਗ੍ਹਾ ਦੇ ਉੱਪਰ ਜਿੱਥੇ ਸੁਰੱਖਿਆ ਨੂੰ ਖਾਸ ਤੌਰ ਦੇ ਉੱਪਰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਉੱਥੇ ਹਾਰਡ ਹੈਲਮਟ ਦੀ ਬਜਾਏ ਦਸਤਾਰ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤੇ ਹੁਣ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਕੰਮ ਵਾਲੀਆਂ ਥਾਵਾਂ ਦੇ ਉੱਪਰ ਹਾਰਡ ਹੈਲਮਟ ਦੀ ਬਜਾਏ ਦਸਤਾਰ ਬੰਨ੍ਹ ਕੇ ਵੀ ਕੰਮ ਕੀਤਾ ਜਾਵੇਗਾ। ਇਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਨਿਯਮ ਹੋਰ ਵੀ ਜ਼ਿਆਦਾ ਸਪਸ਼ਟ ਕੀਤੇ ਜਾਣਗੇ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ 68,000 ਨੌਕਰੀਆਂ ਚਲੀਆਂ ਗਈਆਂ। ਨਾਲ ਹੀ ਉਹਨਾਂ ਵੱਲੋਂ ਬੇਰੁਜ਼ਗਾਰੀ ਦਰ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਈ ਦੇ ਮਹੀਨੇ ਬੇਰੁਜ਼ਗਾਰੀ ਦਰ ਜਾਣੀ ਕਿ ਅਨਇੰਪਲੋਇਮੈਂਟ ਰੇਟ 8.2% ਦਰਜ ਕੀਤਾ ਗਿਆ, ਜੋ ਕਿ ਅਪ੍ਰੈਲ ਮਹੀਨੇ ਦੇ ਵਿੱਚ 8.1% ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਈ ਮਹੀਨੇ ਕੈਨੇਡੀਅਨ ਇਕਨੋਮੀ ਵੱਲੋਂ 68,000 ਨੌਕਰੀਆਂ ਗਵਾਈਆਂ ਗਈਆਂ। ਇਸ ਸੰਬੰਧੀ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ ਮਹੀਨੇ ਦੌਰਾਨ ਹੀ 68,000 ਨੌਕਰੀਆਂ ਚਲੀਆਂ ਗਈਆਂ। ਮਈ ਮਹੀਨੇ ਅਨਇੰਪਲੋਇਮੈਂਟ ਰੇਟ 8.2% ਰਿਹਾ, ਜੋ ਕਿ ਅਪ੍ਰੈਲ ਮਹੀਨੇ 8.1% ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਮਈ ਮਹੀਨੇ ਦੇ ਵਿੱਚ ਅਨਇੰਪਲੋਇਮੈਂਟ ਰੇਟ 10.7% ਹੋ ਸਕਦਾ ਸੀ। ਏਜੰਸੀ ਦਾ ਕਹਿਣਾ ਹੈ ਕਿ ਅਪ੍ਰੈਲ 2020 ਦੌਰਾਨ ਪਹਿਲੀ ਵਾਰ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਸੀ। ਮਈ ਮਹੀਨੇ ਮੈਨੂਫੈਕਚਰਿੰਗ ਸੰਬੰਧੀ 36,000 ਨੌਕਰੀਆਂ ਦੇ ਵਿੱਚ ਫਰਕ ਦੇਖਿਆ ਗਿਆ, ਜਾਣੀ ਕਿ 36,000 ਨੌਕਰੀਆਂ ਘਟੀਆਂ। ਕੈਨੇਡਾ ਦੀ ਆਰਥਿਕਤਾ ਅਤੇ ਨੌਕਰੀਆਂ ਦੇ ਬਾਰੇ ਵਿੱਚ ਸਟੈਟਿਸਟਿਕਸ ਕੈਨੇਡਾ ਵੱਲੋਂ ਸਮੇਂ-ਸਮੇਂ ਦੇ ਉੱਪਰ ਅਪਡੇਟ ਦਿੱਤੀ ਜਾਂਦੀ ਹੈ। ਹਰ ਮਹੀਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਰੋਨਾ ਵਾਇਰਸ ਦਾ ਕੈਨੇਡਾ ਦੇ ਉੱਪਰ ਕੀ ਪ੍ਰਭਾਵ ਹੈ, ਜਾਣੀ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਆਰਥਿਕਤਾ ਅਤੇ ਹੋਰ ਵੱਖ-ਵੱਖ ਚੀਜ਼ਾਂ ਦੇ ਉੱਪਰ ਕੀ ਪ੍ਰਭਾਵ ਪਿਆ ਹੈ। ਤਾਜ਼ਾ ਜਾਣਕਾਰੀ ਉਹਨਾਂ ਵੱਲੋਂ ਕੈਨੇਡਾ ਦੀ ਇਕਨੋਮੀ ਦੇ ਨਾਲ ਸੰਬੰਧਿਤ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਮਈ ਮਹੀਨੇ ਦੇ ਵਿੱਚ 68,000 ਨੌਕਰੀਆਂ ਚਲੀਆਂ ਗਈਆਂ। ਏਅਰ ਕੈਨੇਡਾ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਉਡਾਨਾਂ ਚਲਾਈਆਂ ਜਾ ਰਹੀਆਂ ਨੇ, ਜਿੱਥੇ ਕੁਆਰੰਟਾਈਨ ਦੀ ਵੀ ਜ਼ਰੂਰਤ ਨਹੀਂ ਹੋਏਗੀ। ਦਰਅਸਲ ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿੱਥੇ ਯਾਤਰੀ ਨੂੰ 48 ਘੰਟੇ ਦੌਰਾਨ ਕੋਵਿਡ-19 ਨੈਗੇਟਿਵ ਰਿਪੋਰਟ ਜਾਣੀ ਕਿ ਟੈਸਟ ਦਿਖਾਉਣਾ ਹੋਏਗਾ, ਜਿਸ ਤੋਂ ਬਾਅਦ ਉਹ ਇਟਲੀ ਦੇ ਵਿੱਚ ਬਿਨਾਂ ਇਕਾਂਤਵਾਸ ਸਫ਼ਰ ਕਰ ਸਕਦਾ ਹੈ। ਇਹ ਉਡਾਨਾਂ ਕੈਨੇਡਾ ਤੋਂ ਇਟਲੀ ਤੱਕ ਚਲਾਈਆਂ ਜਾਣਗੀਆਂ। ਏਅਰ ਕੈਨੇਡਾ ਵੱਲੋਂ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਨਾਂ ਚਲਾਈਆਂ ਜਾਣਗੀਆਂ, ਜਿਸ ਦੇ ਵਾਸਤੇ ਕੁਆਰੰਟਾਈਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਕੋਵਿਡ-19 ਟੈਸਟਡ ਫਲਾਈਟਸ ਰੋਮ, ਇਟਲੀ ਵਾਸਤੇ ਚਲਾਈਆਂ ਜਾਣਗੀਆਂ। ਇਹਨਾਂ ਉਡਾਨਾਂ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਕੀਤੀ ਜਾ ਰਹੀ ਹੈ। ਏਅਰਲਾਈਨ ਵੱਲੋਂ ਵੈਬਸਾਈਟ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਡਾਨਾਂ ਜੁਲਾਈ 2 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਯਾਤਰੀਆਂ ਨੂੰ ਡਿਪਾਰਟਿੰਗ ਤੋਂ 48 ਘੰਟੇ ਪਹਿਲਾਂ ਦਾ ਕਰੋਨਾ ਟੈਸਟ ਦਿਖਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਇੱਕ ਟੈਸਟ ਔਨ ਅਰਾਈਵਲ ਵੀ, ਜਾਣੀ ਕਿ ਯਾਤਰੀ ਦੇ ਪਹੁੰਚਣ ਦੇ ਉੱਪਰ ਵੀ ਕੀਤਾ ਜਾਵੇਗਾ। ਇਟਲੀ ਦੀ ਮਿਨਿਸਟਰੀ ਆਫ ਹੈਲਥ ਵੱਲੋਂ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ US ਦੇ ਨਾਲ ਵੀ ਕੋਵਿਡ ਟੈਸਟਡ ਫਲਾਈਟਸ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਉਡਾਨਾਂ ਸੰਬੰਧੀ ਏਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਟਲੀ ਦੇ ਨਾਲ ਉਡਾਨਾਂ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਕੀਤੀ ਜਾ ਰਹੀ ਹੈ। ਇਸ ਵਾਸਤੇ ਕੁਆਰੰਟਾਈਨ ਅਪੌਨ ਅਰਾਈਵਲ, ਜਾਣੀ ਕਿ ਪਹੁੰਚਣ ਦੇ ਉੱਪਰ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੋਵੇਗੀ। ਯਾਤਰੀ ਨੂੰ 48 ਘੰਟੇ ਦੌਰਾਨ ਦਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਹੋਵੇਗਾ।
1984 ਘੱਲੂਘਾਰੇ ਦੇ ਸੰਬੰਧੀ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਪਰ ਸਮਾਗਮ ਰੱਖੇ ਗਏ ਨੇ। ਵੈਨਕੂਵਰ ਆਰਟ ਗੈਲਰੀ ਦੇ ਬਾਹਰ ਕੈਂਡਲ ਵਿਜਲ ਕਰਵਾਈ ਜਾ ਰਹੀ ਹੈ, ਜਿਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਵਾਸਤੇ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਦੌਰਾਨ ਭਾਰਤ ਦੇ ਕਿਸਾਨਾਂ ਦੇ ਲਈ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਕੈਨੇਡਾ ਦੇ ਵਿੱਚ ਕੱਲ੍ਹ ਨੂੰ ਕੈਂਡਲ ਵਿਜਲ ਕਰਵਾਇਆ ਜਾ ਰਿਹਾ ਹੈ। 1984 ਘੱਲੂਘਾਰੇ ਦੇ ਸੰਬੰਧ ਦੇ ਵਿੱਚ ਕੈਂਡਲ ਵਿਜਲ ਕਰਵਾਇਆ ਜਾਵੇਗਾ, ਜਿਸ ਦੇ ਵਾਸਤੇ ਜੂਨ 5 ਦਾ ਸਮਾਂ ਤੈਅ ਕੀਤਾ ਗਿਆ। ਇਹ ਕੈਂਡਲ ਵਿਜਲ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੋਵੇਗਾ। ਇਸ ਮੌਕੇ ਦੋ ਹੋਰ ਮੁੱਦੇ ਚੁੱਕੇ ਜਾਣਗੇ, ਇੱਕ ਕਿਸਾਨੀ ਮੁੱਦਾ ਤੇ ਦੂਸਰਾ ਪੈਲਸਟੀਨ ਦਾ ਮੁੱਦਾ। ਇਸ ਦੌਰਾਨ ਨੋ ਫਾਰਮਰ ਨੋ ਫੂਡ ਦਾ ਨਾਰਾ ਅਤੇ ਨਾਲ ਹੀ ਫ੍ਰੀ ਪੈਲਸਟਾਈਨ ਦਾ ਵੀ ਨਾਰਾ ਦਿੱਤਾ ਜਾਵੇਗਾ। ਇਹ ਕੈਂਡਲ ਵਿਜਲ 750 ਹੌਰਨਬੀ ਸਟਰੀਟ ਵੈਨਕੂਵਰ ਆਰਟ ਗੈਲਰੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਕੈਂਡਲ ਵਿਜਲ ਨੂੰ ਕੈਂਪੇਨ ਫਾਰ ਹਿਊਮਨ ਰਾਈਟਸ ਦਾ ਨਾਮ ਦਿੱਤਾ ਗਿਆ ਹੈ, ਕਿਉਂਕਿ ਇਸ ਦੌਰਾਨ ਹੋਰ ਵੀ ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਜਾਵੇਗਾ। ਖਾਸ ਤੌਰ ਦੇ ਉੱਪਰ ਭਾਰਤ ਦੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਮੁੱਦਾ ਚੁੱਕਿਆ ਜਾਵੇਗਾ। ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੁੰਦਾ ਰਿਹਾ ਹੈ। ਹੁਣ ਕੱਲ੍ਹ ਨੂੰ 1984 ਘੱਲੂਘਾਰੇ ਦੇ ਸੰਬੰਧ ਦੇ ਵਿੱਚ ਜੋ ਕੈਂਡਲ ਵਿਜਲ ਵੈਨਕੂਵਰ ਆਰਟ ਗੈਲਰੀ ਦੇ ਵਿੱਚ ਰੱਖਿਆ ਗਿਆ, ਇਸ ਦੇ ਨਾਲ ਹੀ ਕੈਨੇਡਾ ਦੇ ਹੋਰ ਵੱਖ-ਵੱਖ ਥਾਵਾਂ ਦੇ ਉੱਪਰ ਵੀ ਇਸ ਤਰ੍ਹਾਂ ਦੇ ਕੈਂਡਲ ਵਿਜਲ ਅਤੇ ਹੋਰ ਸਮਾਗਮ ਦੇਖਣ ਨੂੰ ਮਿਲਣਗੇ। ਬਰਨਵੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਵੱਲੋਂ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ। ਇੱਕ ਵਾਹਨ ਸਕੂਲ ਬੱਸ ਦੇ ਨਾਲ ਟਕਰਾ ਗਿਆ, ਜਿਸ ਦੇ ਵਿੱਚੋਂ ਨਸ਼ਾ ਤੇ ਹਥਿਆਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ। ਹੁਣ ਪੁਲਿਸ ਵੱਲੋਂ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਜੋ ਵਾਹਨ ਬੱਸ ਦੇ ਨਾਲ ਟਕਰਾਇਆ ਉਹ ਸਕੂਲ ਦੇ ਬਾਹਰ ਕੀ ਕਰ ਰਿਹਾ ਸੀ, ਕਿਉਂਕਿ ਇਸ ਦੇ ਵਿੱਚੋਂ ਨਸ਼ਾ ਤੇ ਹਥਿਆਰ ਬਰਾਮਦ ਕੀਤੇ ਗਏ ਤੇ ਪੁਲਿਸ ਨੂੰ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਿੱਚ ਚਿੰਤਾ ਹੈ। ਬਰਨਵੀ ਪੁਲਿਸ ਵੱਲੋਂ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ ਨੇ। ਦਰਅਸਲ ਸਕੂਲ ਦੀ ਇੱਕ ਬੱਸ ਦੇ ਨਾਲ ਵਾਹਨ ਟਕਰਾ ਗਿਆ, ਜਿਸ ਦੇ ਵਿੱਚੋਂ ਬਰਨਵੀ ਪੁਲਿਸ ਨੇ ਇਲਿਸਿਟ ਡਰੱਗ ਅਤੇ ਕਈ ਹਥਿਆਰ ਬਰਾਮਦ ਕੀਤੇ ਨੇ। ਇਸ ਘਟਨਾ ਦੌਰਾਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਸਸਪੈਕਟ ਐਲੀਮੈਂਟਰੀ ਸਕੂਲ ਦੇ ਬਾਹਰ ਕੀ ਕਰ ਰਿਹਾ ਸੀ। ਪੁਲਿਸ ਦਾ ਇਸ ਮੌਕੇ ਦੇ ਉੱਪਰ ਕਹਿਣਾ ਸੀ ਕਿ ਉਹਨਾਂ ਨੂੰ ਇਸ ਸਮੇਂ ਬੱਚਿਆਂ ਦੀ ਸੁਰੱਖਿਆ ਦੀ ਵੱਧ ਪਰਵਾਹ ਹੈ। ਰਾਹਤ ਦੀ ਖਬਰ ਇਹ ਰਹੀ ਕਿ ਇਸ ਘਟਨਾ ਦੌਰਾਨ ਬੱਸ ਦੇ ਡਰਾਈਵਰ ਅਤੇ ਬੱਚਿਆਂ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਬੱਸ ਡਰਾਈਵਰ ਵੱਲੋਂ ਸਸਪੈਕਟ ਦੇ ਵਾਹਨ ਦੀ ਪਹਿਚਾਣ ਦੱਸੀ ਗਈ ਕਿ ਕਾਰ ਦਾ ਰੰਗ ਸਿਲਵਰ ਸੀ। ਇਹ ਕਾਰ ਬਰਨਵੀ ਮਾਊਂਟੇਨ ਗੋਲਫ ਕੋਰਸ ਦੇ ਵਿੱਚ ਮੌਜੂਦ ਵਾਹਨ ਦੇ ਨਾਲ ਮੇਲ ਖਾਂਦੀ ਸੀ, ਜਿਸ ਤੋਂ ਬਾਅਦ ਵਾਹਨ ਦੇ ਵਿੱਚ ਮੌਜੂਦ ਵਿਅਕਤੀ ਨੂੰ ਕਾਬੂ ਕੀਤਾ ਗਿਆ। ਵਿਅਕਤੀ ਕੋਲੋਂ ਚਾਕੂ, ਬੈਟਨ ਅਤੇ ਨਸ਼ਾ ਬਰਾਮਦ ਕੀਤਾ ਗਿਆ, ਜਿਸ ਦੇ ਵਿੱਚ ਮੈਰੀਜੁਆਨਾ ਵੀ ਸ਼ਾਮਲ ਸੀ। ਇਸ ਮੌਕੇ ਬਰਨਵੀ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ 6046469999 ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਟਲ ਦੇ ਵਿੱਚ ਕੁਆਰੰਟਾਈਨ ਕੀਤਾ ਜਾਵੇਗਾ। ਉਹਨਾਂ ਵੱਲੋਂ ਆਟਵਾ ਦੇ ਹੋਟਲ ਦੇ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਅਗਲੇ ਹਫਤੇ ਪ੍ਰਧਾਨ ਮੰਤਰੀ G7 ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਜਾ ਰਹੇ ਨੇ। ਉੱਥੋਂ ਵਾਪਸ ਆਉਂਦਿਆਂ ਉਹਨਾਂ ਵੱਲੋਂ ਨਿਯਮ ਦੇ ਅਨੁਸਾਰ ਹੋਟਲ ਦੇ ਵਿੱਚ ਕੁਆਰੰਟਾਈਨ ਕੀਤਾ ਜਾਵੇਗਾ। ਵਿੱਤ ਮੰਤਰੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਵੀ ਹੋਟਲ ਦੇ ਵਿੱਚ ਇਕਾਂਤਵਾਸ ਯਾਨੀ ਕਿ ਕੁਆਰੰਟਾਈਨ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਟਵਾ ਹੋਟਲ ਦੇ ਵਿੱਚ ਕੁਆਰੰਟਾਈਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅਗਲੇ ਹਫਤੇ ਯੂਕੇ ਦੇ ਵਿੱਚ G7 ਲੀਡਰਸ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਾ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਵੱਲੋਂ ਹੋਟਲ ਕੁਆਰੰਟਾਈਨ ਕੀਤਾ ਜਾਵੇਗਾ। ਇਹ ਜਾਣਕਾਰੀ ਸੋਰਸਸ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਪਿਛਲੇ ਹਫਤੇ ਟਰੂਡੋ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਲੰਡਨ ਦੇ ਵਿੱਚ ਜੂਨ 11 ਤੋਂ ਲੈ ਕੇ 13 ਦੇ ਦੌਰਾਨ G7 ਲੀਡਰਸ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਦੇ ਖਾਸ ਮੁੱਦੇ ਕੋਵਿਡ-19 ਵੈਕਸੀਨ ਪਾਸਪੋਰਟ ਅਤੇ ਗਲੋਬਲ ਇਕਨੋਮਿਕ ਰਿਕਵਰੀ ਹੋਣ ਵਾਲੇ ਹਨ। ਸੋਰਸਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਓਟਵਾ ਹੋਟਲ ਵੱਲੋਂ ਇਸ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਿੱਥੇ ਪ੍ਰਧਾਨ ਮੰਤਰੀ ਟਰੂਡੋ ਨੇ ਕੁਆਰੰਟਾਈਨ ਕਰਨਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਡੈਲੀਗੇਸ਼ਨ ਜਾਵੇਗੀ, ਉਹਨਾਂ ਵੱਲੋਂ ਵੀ ਕੁਆਰੰਟਾਈਨ ਕੀਤਾ ਜਾਵੇਗਾ। ਹੋਟਲ ਦੇ ਵਿੱਚ ਇਹਨਾਂ ਵੱਲੋਂ ਉਦੋਂ ਤੱਕ ਕੁਆਰੰਟਾਈਨ ਕੀਤਾ ਜਾਵੇਗਾ ਜਦੋਂ ਤੱਕ ਉਹਨਾਂ ਦਾ PCR ਟੈਸਟ ਨੈਗੇਟਿਵ ਨਹੀਂ ਆਉਂਦਾ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਟਰੈਵਲਰਸ ਮੌਂਟਰੀਅਲ, ਟੋਰਾਂਟੋ, ਵੈਨਕੂਵਰ ਅਤੇ ਕੈਲਗਰੀ 에ਅਰਪੋਰਟ ਦੇ ਰਾਹੀਂ ਆਉਂਦੇ ਨੇ। ਇਸ ਦੇ ਨਾਲ ਹੀ ਕੈਨੇਡਾ ਦੀ ਫਾਈਨਾਂਸ ਮਿਨਿਸਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ G7 ਫਾਈਨਾਂਸ ਮਿਨਿਸਟਰਸ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ।
ਜਿਸ ਤੋਂ ਬਾਅਦ ਉਹਨਾਂ ਵੱਲੋਂ ਵੀ ਹੋਟਲ ਕੁਆਰੰਟਾਈਨ ਕੀਤਾ ਜਾਵੇਗਾ। ਲੋਅਰ ਮੇਨਲੈਂਡ ਦੇ ਵਿੱਚ ਚੱਲ ਰਹੀ ਗੈਂਗ ਵਾਰ ਦੇ ਚੱਲਦਿਆਂ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਨਿਊ ਵੈਸਟਮਿੰਸਟਰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਵਿਅਕਤੀ ਦੇ ਉੱਪਰ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਵਿਕਟਮ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੀ। ਉਸ ਨੂੰ ਕਾਫੀ ਗੰਭੀਰ ਸੱਟਾਂ ਆਈਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੋਅਰ ਮੇਨਲੈਂਡ ਗੈਂਗ ਵਾਰ ਦੇ ਨਾਲ ਸੰਬੰਧਿਤ ਇੱਕ ਦੀ ਗ੍ਰਿਫਤਾਰੀ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੀ ਗ੍ਰਿਫਤਾਰੀ ਕੋਲੰਬੀਆ ਸਕਾਈ ਟ੍ਰੇਨ ਸਟੇਸ਼ਨ ਦੀ ਘਟਨਾ ਸੰਬੰਧੀ ਕੀਤੀ ਗਈ ਹੈ, ਜਿੱਥੋਂ ਸ਼ੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗੰਭੀਰ ਸੱਟਾਂ ਆਉਣ ਦੇ ਚੱਲਦਿਆਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਸੀ। ਇਸ ਘਟਨਾ ਦੇ 2 ਦਿਨਾਂ ਦੇ ਬਾਅਦ ਪੁਲਿਸ ਵੱਲੋਂ ਸਸਪੈਕਟ ਨੂੰ ਟਰੈਕ ਕੀਤਾ ਗਿਆ ਅਤੇ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਪੁਲਿਸ ਵੱਲੋਂ ਇਸ ਦੀ ਪਹਿਚਾਣ ਜਨਤਕ ਕੀਤੀ ਗਈ ਹੈ, ਜਿਸ ਦੀ ਪਹਿਚਾਣ ਮੁਰਿਦ ਦੇ ਤੌਰ ਦੇ ਉੱਪਰ ਦੱਸੀ ਗਈ, ਜੋ ਕਿ 26 ਸਾਲ ਦਾ ਹੈ। ਇਸ ਦੇ ਉੱਪਰ ਚਾਰਜ ਲਗਾਏ ਗਏ ਨੇ, ਜਾਣੀ ਕਿ ਇਸ 26 ਸਾਲਾ ਮੁਰਿਦ ਦੇ ਉੱਪਰ 1 ਕਾਊਂਟ ਆਫ ਅਟੈਂਪਟਡ ਮਰਡਰ ਲਗਾਇਆ ਗਿਆ ਹੈ। ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਆਪਣੇ ਟਵਿੱਟਰ ਦੇ ਉੱਪਰ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਸਸਪੈਕਟ ਹੁਣ ਕਿਹੜੇ ਚਾਰਜ ਦਾ ਸਾਹਮਣਾ ਕਰ ਰਿਹਾ ਹੈ। ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਆਫੀਸਰ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵਿਅਕਤੀ ਨੂੰ ਗੰਭੀਰ ਸੱਟਾਂ ਆਈਆਂ ਹੋਈਆਂ ਸਨ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਐਂਬੂਲੈਂਸ ਦੇ ਰਾਹੀਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਉਦੋਂ ਤੋਂ ਹੀ ਪੁਲਿਸ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਇਸ ਸਸਪੈਕਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਵੱਲੋਂ ਹੁਣ ਚਾਰਜ ਦਾ ਵੀ ਸਾਹਮਣਾ ਕੀਤਾ ਜਾ ਰਿਹਾ ਹੈ। ਰਜਾਈਨਾ ਪੁਲਿਸ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਇਹ ਚੇਤਾਵਨੀ ਪੀਜ਼ਾ ਦੇ ਨਾਲ ਜੁੜੀ ਹੋਈ ਧੋਖਾਧੜੀ ਦੇ ਸੰਬੰਧੀ ਹੈ। ਦਰਅਸਲ ਰਜਾਈਨਾ ਪੁਲਿਸ ਨੇ ਦੱਸਿਆ ਕਿ 2 ਸ਼ਿਕਾਇਤਾਂ ਉਹਨਾਂ ਨੂੰ ਅਜਿਹੀਆਂ ਮਿਲੀਆਂ ਜਿੱਥੇ ਪੀਜ਼ਾ ਦੇ ਨਾਮ ਦੇ ਉੱਪਰ 2 ਜਾਣਿਆਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ। ਦਰਅਸਲ ਇਹਨਾਂ ਵੱਲੋਂ ਲੋਕਲ ਪੀਜ਼ਾ ਰੈਸਟੋਰੈਂਟ ਤੋਂ ਆਰਡਰ ਕੀਤਾ ਗਿਆ ਸੀ। ਜੋ ਪੀਜ਼ਾ ਪਹੁੰਚਾਉਣ ਵਾਲਾ ਘਰ ਆਇਆ ਤੇ ਉਸ ਨੂੰ ਜਦੋਂ ਕਾਰਡ ਦੇ ਰਾਹੀਂ ਪੇਮੈਂਟ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਨੂੰ ਕਾਰਡ ਦੇ ਰਾਹੀਂ ਪੇਮੈਂਟ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਉਸ ਤੋਂ ਬਾਅਦ ਜਦੋਂ ਦੋਹਾਂ ਵੱਲੋਂ ਜਾਣੀ ਜੋ ਇਸ ਘਟਨਾ ਦੇ ਵਿਕਟਮਸ ਨੇ ਉਹਨਾਂ ਨੇ ਆਪਣੇ ਬੈਂਕ ਅਕਾਊਂਟ ਚੈੱਕ ਕੀਤੇ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਨਾਲ ਸਕੈਮ ਹੋ ਗਿਆ। ਰਜਾਈਨਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਪੀਜ਼ਾ ਡਿਲੀਵਰੀ ਡਰਾਈਵਰਸ ਦੇ ਨਾਲ ਜੁੜੀ ਹੋਈ ਹੈ। ਪੁਲਿਸ ਨੂੰ ਇਸ ਸੰਬੰਧੀ 2 ਸ਼ਿਕਾਇਤਾਂ ਮਿਲੀਆਂ, ਜਿਸ ਦੇ ਵਿੱਚ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਫਰਾਡ ਪੀਜ਼ਾ ਡਿਲੀਵਰੀ ਡਰਾਈਵਰਸ ਨੇ ਲੋਕਾਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ। ਪੁਲਿਸ ਨੇ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜਿਹੜੀਆਂ 2 ਸ਼ਿਕਾਇਤਾਂ ਮਿਲੀਆਂ, ਇਹਨਾਂ ਦੋਵਾਂ ਦੇ ਵਿੱਚ ਵਿਕਟਮਸ ਨੇ ਲੋਕਲ ਪੀਜ਼ਾ ਰੈਸਟੋਰੈਂਟ ਤੋਂ ਆਰਡਰ ਕੀਤਾ ਸੀ। ਪੀਜ਼ਾ ਤਾਂ ਕਸਟਮਰ ਨੂੰ ਡਿਲੀਵਰ ਹੋਇਆ, ਜਿਸ ਤੋਂ ਬਾਅਦ ਉਹਨਾਂ ਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਰਾਹੀਂ ਪੇਮੈਂਟ ਕਰਨ ਦੇ ਵਾਸਤੇ ਕਿਹਾ ਗਿਆ। ਡਿਲੀਵਰੀ ਪਰਸਨ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕਾਰਡ ਅਤੇ ਮਸ਼ੀਨ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ, ਪਰ ਟ੍ਰਾਂਜੈਕਸ਼ਨ ਪੂਰੀ ਹੋ ਚੁੱਕੀ ਹੈ। ਬਾਅਦ ਦੇ ਵਿੱਚ ਦੋਨਾਂ ਕਸਟਮਰਾਂ ਵੱਲੋਂ ਜਦੋਂ ਆਪਣੇ ਬੈਂਕ ਅਕਾਊਂਟ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਹਨਾਂ ਦੇ ਨਾਲ ਧੋਖਾ ਹੋਇਆ। ਰਜਾਈਨਾ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਵੱਲੋਂ $1,500 ਗਵਾਏ ਗਏ। ਇਸ ਮਾਮਲੇ ਦੀ ਰਜਾਈਨਾ ਪੁਲਿਸ ਸਰਵਿਸ ਦੀ ਫਾਈਨੈਂਸ਼ੀਅਲ ਕ੍ਰਾਈਮ ਯੂਨਿਟ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਕੈਮਰਸ ਦੇ ਵੱਲੋਂ ਕਿਸੇ ਤਰ੍ਹਾਂ ਬਿਜ਼ਨਸ ਤੋਂ ਡਿਲੀਵਰੀ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉੱਥੋਂ ਫੂਡ ਆਰਡਰ ਨੂੰ ਕਲੈਕਟ ਕਰਕੇ ਉਹ ਡਿਲੀਵਰੀ ਪਰਸਨ ਬਣ ਕੇ ਕਸਟਮਰ ਦੇ ਕੋਲ ਜਾਂਦੇ ਨੇ। ਹੁਣ ਗ੍ਰਾਹਕਾਂ ਨੂੰ ਪੁਲਿਸ ਵੱਲੋਂ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਤੁਸੀਂ ਕੋਈ ਫੂਡ ਆਰਡਰ ਕਰਦੇ ਹੋ ਤਾਂ ਖਾਣਾ ਪਹੁੰਚਾਉਣ ਵਾਲੇ ਦੀ ਆਈਡੈਂਟੀਟੀ ਜਾਣੀ ਕਿ ਪਹਿਚਾਣ ਜ਼ਰੂਰ ਕਰ ਲਵੋ। ਬਿਜ਼ਨਸ ਓਨਰਸ ਨੂੰ ਵੀ ਕਿਹਾ ਗਿਆ ਹੈ ਕਿ ਆਪਣੇ EMPLOYEES ਨੂੰ ਖਾਣੇ ਦੀ ਡਿਲੀਵਰੀ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕਾ ਤੋਂ ਵੈਕਸੀਨ ਲੈਣ ਦੇ ਵਾਸਤੇ ਨੈਗੋਸ਼ੀਏਟ ਕੀਤਾ ਜਾ ਰਿਹਾ ਹੈ। ਦਰਅਸਲ ਕੈਨੇਡਾ ਚਾਹੁੰਦਾ ਹੈ ਕਿ ਯੂਰਪ ਦੀ ਬਜਾਏ ਮੋਡਰਨਾ ਵੈਕਸੀਨ ਅਮਰੀਕਾ ਤੋਂ ਲਈ ਜਾਵੇ। ਇਸ ਸੰਬੰਧੀ ਪ੍ਰੋਕਿਊਰਮੈਂਟ ਮਿਨਿਸਟਰ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਅਮਰੀਕਾ ਤੋਂ ਮੋਡਰਨਾ ਵੈਕਸੀਨ ਲੈਣਾ ਚਾਹੁੰਦਾ ਹੈ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਯੂਰਪ ਦੀ ਬਜਾਏ ਯੂਨਾਈਟਿਡ ਸਟੇਟਸ ਤੋਂ ਮੋਡਰਨਾ ਟੀਕੇ ਲੈਣ ਦੇ ਵਾਸਤੇ ਨੈਗੋਸ਼ੀਏਟ ਕਰ ਰਹੇ ਹਨ। ਹੁਣ ਤੱਕ ਕੈਨੇਡਾ ਨੂੰ 5.7 ਮਿਲੀਅਨ ਦੇ ਕਰੀਬ ਜਿਹੜੀਆਂ ਮੋਡਰਨਾ ਵੈਕਸੀਨ ਦੀਆਂ ਡੋਜ਼ ਮਿਲੀਆਂ, ਉਹਨਾਂ ਦੀ ਪ੍ਰੋਡਕਸ਼ਨ ਲਾਈਨ ਯੂਰਪ ਦੀ ਹੈ। ਅਪ੍ਰੈਲ ਮਹੀਨੇ ਤੋਂ ਹੀ ਕੈਨੇਡਾ ਨੂੰ ਮੋਡਰਨਾ ਟੀਕੇ ਦੀ ਘੱਟ ਸ਼ਿਪਮੈਂਟ ਮਿਲੀ ਹੈ। ਮੋਡਰਨਾ ਟੀਕੇ ਵੱਲੋਂ ਸੈਕੰਡ ਕੁਆਰਟਰ ਦੌਰਾਨ ਜਿੰਨੇ ਟੀਕੇ ਭੇਜੇ ਜਾਣੇ ਸਨ, ਕੈਨੇਡਾ ਨੂੰ ਉਸ ਤੋਂ ਘੱਟ ਡੋਜ਼ਸ ਭੇਜੀਆਂ ਗਈਆਂ।
ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਵੱਲੋਂ ਕੈਨੇਡਾ ਨੂੰ ਫਾਈਜ਼ਰ ਦੀ ਉਹ ਵੈਕਸੀਨ ਭੇਜੀ ਜਾ ਰਹੀ ਹੈ ਜਿਸ ਦੀ ਪ੍ਰੋਡਕਸ਼ਨ ਯੂਐਸ ਦੇ ਨਾਲ ਜੁੜੀ ਹੋਈ ਹੈ। ਅਨੀਤਾ ਆਨੰਦ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੀ ਸਰਕਾਰ ਨੂੰ ਉਹਨਾਂ ਵੱਲੋਂ ਮਾਡਰਨਾ ਟੀਕੇ ਦੇ ਸੰਬੰਧੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਵੱਲੋਂ ਇਸ ਸੰਬੰਧੀ ਮਾਡਰਨਾ ਫਾਰਮਾਸਿਊਟੀਕਲ ਕੰਪਨੀ ਨੂੰ ਵੀ ਕਨਵਿੰਸ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ, ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਵੈਕਸੀਨ ਬਾਕੀ ਦੇਸ਼ਾਂ ਦੇ ਨਾਲ ਸ਼ੇਅਰ ਕੀਤੀ ਜਾਵੇਗੀ। ਇਸ ਵੈਕਸੀਨ ਸੰਬੰਧੀ ਜਿਸ ਯੋਜਨਾ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੈਨੇਡਾ ਨੂੰ ਪ੍ਰਾਇਓਰਿਟੀ ਜਾਣੀ ਕਿ ਪਹਿਲ ਦੇ ਉੱਪਰ ਰੱਖਿਆ ਗਿਆ। ਅਮਰੀਕਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦੀਆਂ 60 ਮਿਲੀਅਨ ਡੋਜ਼ ਡੋਨੇਟ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੋਵਿਡ-19 ਵੈਕਸੀਨ ਦੇ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਨੂੰ ਹੁਣ ਅਗਸਤ ਮਹੀਨੇ ਤੱਕ ਫਾਈਜ਼ਰ ਵੱਲੋਂ 2 ਮਿਲੀਅਨ ਡੋਜ਼ ਭੇਜੀਆਂ ਜਾਣਗੀਆਂ, ਜਾਣੀ ਕਿ ਹਰ ਹਫ਼ਤੇ ਕੈਨੇਡਾ ਨੂੰ 2 ਮਿਲੀਅਨ ਸ਼ਾਟਸ ਫਾਈਜ਼ਰ ਵੈਕਸੀਨ ਦੇ ਮਿਲਣ ਵਾਲੇ ਨੇ। ਜਾਣਕਾਰੀ ਦੇ ਮੁਤਾਬਕ ਇਸ ਸਮੇਂ ਕੈਨੇਡਾ ਦੇ ਵਿੱਚ 65% ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਕਸੀਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅਗਸਤ ਮਹੀਨੇ ਤੱਕ ਫਾਈਜ਼ਰ ਵੱਲੋਂ ਹਰ ਹਫ਼ਤੇ 2 ਮਿਲੀਅਨ ਡੋਜ਼ ਕੈਨੇਡਾ ਨੂੰ ਭੇਜੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਜੁਲਾਈ ਮਹੀਨੇ ਦੇ ਵਿੱਚ 9 ਮਿਲੀਅਨ ਤੋਂ ਵੱਧ ਡੋਜ਼ਸ ਮਿਲਣਗੀਆਂ ਅਤੇ ਅਗਸਤ ਮਹੀਨੇ ਦੇ ਵਿੱਚ ਵੀ 9 ਮਿਲੀਅਨ ਡੋਜ਼ ਕੈਨੇਡਾ ਨੂੰ ਰਿਸੀਵ ਹੋਣਗੀਆਂ। ਸਰਕਾਰ ਵੱਲੋਂ ਇਸ ਸੰਬੰਧੀ ਨੈਗੋਸ਼ੀਏਟ ਵੀ ਕੀਤਾ ਜਾ ਰਿਹਾ ਹੈ ਕਿ ਫਾਈਜ਼ਰ ਵੱਲੋਂ ਸਤੰਬਰ ਮਹੀਨੇ ਹੋਰ ਵੀ ਵੱਧ ਡੋਜ਼ਸ ਭੇਜੀਆਂ ਜਾਣ। ਕੈਨੇਡਾ ਦੇ ਵਿੱਚ ਹੁਣ ਤੱਕ 65% ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਿਵੇਂ ਜ਼ਿਆਦਾਤਰ ਲੋਕਾਂ ਨੂੰ ਵੈਕਸੀਨ ਮਿਲੇਗੀ, ਉਸੇ ਤਰ੍ਹਾਂ ਕੋਰੋਨਾ ਵਾਇਰਸ ਤੋਂ ਅਸੀਂ ਸੁਰੱਖਿਅਤ ਹੁੰਦੇ ਜਾਵਾਂਗੇ। I can now confirm that Canada will receive over 2 million doses of the Pfizer vaccine every week until the end of August. Following our shipments this month, that means more than 9 million doses arriving in July and another 9.1 million in August. Given the demand for these vaccines, we've also negotiated an option for 3 million more Pfizer doses to be delivered in September. We'll keep getting shipments secured until everyone can get their shots. But at the pace we're going, that target is well within reach. 65% of eligible Canadians have now received at least one dose of a COVID-19 vaccine. That makes Canada the G20 country with the highest percentage of the population with a first shot. That is really encouraging. Because the more people are vaccinated, the safer we all are, and the closer we all get to being through this crisis. In other words, you have reason to be hopeful about this summer and this fall. So let's start looking forward to more of what we love, from camping to dinner with friends. This has been a painful week for so many Indigenous people and communities across the country. On Wednesday, Minister Bennett announced funding that is ready to be deployed immediately to support survivors, families, and communities harmed by the terrible wrongs of the residential school system. $27 million is now available to Indigenous communities to find and honor children who died at these institutions. This is something that communities have asked for, and we've long been here to support that. Of course, we also know that residential schools were only one piece of a larger colonial system, and the work to right these wrongs, both past and present, is far from over. ਡੈਲਟਾ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਰੋਡ ਸੇਫਟੀ ਹਫ਼ਤੇ ਦੇ ਦੌਰਾਨ ਕਈ ਟਿਕਟਾਂ ਜਾਰੀ ਕੀਤੀਆਂ ਗਈਆਂ। 600 ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ। 4 ਡਰਾਈਵਰਾਂ ਨੂੰ ਵੀ ਚਾਰਜ ਕੀਤਾ ਗਿਆ। ਡੈਲਟਾ ਪੁਲਿਸ ਵੱਲੋਂ ਟਿਕਟਾਂ ਜਾਰੀ ਕਰਨ ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਰੋਡ ਸੇਫਟੀ ਹਫ਼ਤੇ ਦੇ ਦੌਰਾਨ ਡੈਲਟਾ ਪੁਲਿਸ ਵੱਲੋਂ 600 ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ। ਕੈਨੇਡਾ ਰੋਡ ਸੇਫਟੀ ਵੀਕ ਦੇ ਦੌਰਾਨ ਡੈਲਟਾ ਪੁਲਿਸ ਵੱਲੋਂ 629 ਵਾਇਓਲੇਸ਼ਨ ਟਿਕਟਸ ਦਿੱਤੀਆਂ ਗਈਆਂ। ਇਹ ਜਾਣਕਾਰੀ ਮਈ 18 ਤੋਂ ਲੈ ਕੇ ਮਈ 24 ਤੱਕ ਦੀ ਸਾਂਝੀ ਕੀਤੀ ਗਈ ਹੈ। ਇਹਨਾਂ ਵਿੱਚੋਂ 14 ਟਿਕਟਾਂ ਐਲਕੋਹਲ ਜਾਂ ਫਿਰ ਨਸ਼ੇ ਦੇ ਨਾਲ ਜੁੜੇ ਹੋਏ ਡਰਾਈਵਰਸ ਨੂੰ ਜਾਰੀ ਕੀਤੀਆਂ ਗਈਆਂ। ਪੁਲਿਸ ਵੱਲੋਂ ਪ੍ਰੋਹਿਬਿਟਡ ਡਰਾਈਵਿੰਗ ਦੇ ਚੱਲਦਿਆਂ 4 ਡਰਾਈਵਰਸ ਨੂੰ ਚਾਰਜ ਕੀਤਾ ਗਿਆ। ਡੈਲਟਾ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਦੇ ਆਫੀਸਰਸ ਦੇ ਵੱਲੋਂ ਇੱਕ ਅਜਿਹਾ ਡਰਾਈਵਰ ਵੀ ਲੱਭਿਆ ਗਿਆ ਜੋ ਕਿ ਡਰੱਗ ਟ੍ਰੈਫਿਕਿੰਗ ਦੇ ਨਾਲ ਜੁੜਿਆ ਹੋਇਆ ਹੈ। ਇਸ ਡਰਾਈਵਰ ਦੇ ਸੰਬੰਧੀ ਹੁਣ ਪੜਤਾਲ ਕੀਤੀ ਜਾ ਰਹੀ ਹੈ। ਕ੍ਰਿਮੀਨਲ ਕੋਡ ਆਫੈਂਸਸ, ਇੰਪੇਅਰਡ ਡਰਾਈਵਿੰਗ,
ਅਤੇ ਪੁਲਿਸ ਵੱਲੋਂ ਜੋ $6000 ਦਾ ਕੈਸ਼ ਬਰਾਮਦ ਕੀਤਾ ਗਿਆ ਉਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਟਿਕਟਾਂ ਦੇ ਚੱਲਦਿਆਂ ਜੋ ਵੀ ਜੁਰਮਾਨਾ ਇਕੱਠਾ ਹੋਵੇਗਾ ਉਹ ਪ੍ਰੋਵਿੰਸਸ ਨੂੰ ਦਿੱਤਾ ਜਾਵੇਗਾ। ਓਨਟਾਰੀਓ ਦੇ ਵਿੱਚ ਸੈਕਿੰਡ ਡੋਜ਼ ਦੀ ਅਪਾਇੰਟਮੈਂਟ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਜਿਨ੍ਹਾਂ ਦੀ ਉਮਰ 70 ਸਾਲ ਜਾਂ ਫਿਰ ਉਸ ਤੋਂ ਵੱਧ ਹੈ ਉਹ ਆਪਣੀ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਦੇ ਵਾਸਤੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਮੌਜੂਦਾ ਕੈਨੇਡਾ ਦੇ ਕੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹਾਲਾਤ ਨੇ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 914 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ ਕੋਵਿਡ-19 ਵੈਕਸੀਨ ਦੀ ਦੂਸਰੀ ਸ਼ਾਟ ਦੇ ਵਾਸਤੇ ਅਪਾਇੰਟਮੈਂਟ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਦੀ ਉਮਰ 70 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਆਪਣੀ ਕੋਵਿਡ-19 ਵੈਕਸੀਨ ਦੀ ਦੂਸਰੀ ਸ਼ਾਟ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਨੇ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 19 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ, ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ 8820 ਹੋ ਗਿਆ। अस्पताल ਦੇ ਵਿੱਚ 687 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 437 ਇੰਟੈਂਸਿਵ ਕੇਅਰ ਅਧੀਨ ਅਤੇ 357 ਵੈਂਟੀਲੇਟਰ ਦੇ ਉੱਪਰ ਨੇ। ਓਨਟਾਰੀਓ ਦੇ ਵਿੱਚ 43000 ਐਕਟਿਵ ਮਾਮਲਿਆਂ ਦੀ ਗਿਣਤੀ ਹੈ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 279 ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ 4 ਮੌਤਾਂ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ 3,71,361 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 11,148 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। अस्पताल ਦੇ ਵਿੱਚ 307 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 67 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 329 ਮਾਮਲੇ ਸਾਹਮਣੇ ਆਏ ਅਤੇ 4 ਮੈਨੀਟੋਬਾ ਵਾਸੀਆਂ ਦੀ ਜਾਨ ਵਾਇਰਸ ਦੇ ਕਾਰਨ ਗਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 13.9 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,671 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.4 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਕੈਥੋਲਿਕ ਚਰਚ ਨੂੰ ਦਿੱਤੀ ਸਲਾਹ, ਕਿਹਾ ਅੱਗੇ ਆ ਕੇ ਕਬੂਲ ਕਰੋ ਜ਼ਿੰਮੇਵਾਰੀ। ਹੁਣ ਦਸਤਾਰ ਬੰਨਣ ਵਾਲਿਆਂ ਨੂੰ ਹਾਰਡ ਹੈਲਮਟ ਤੋਂ ਰਾਹਤ, BC ਨੇ ਕੰਮ ਵਾਲੀਆਂ ਥਾਵਾਂ ਵਾਸਤੇ ਐਲਾਨ ਕੀਤੇ ਨਵੇਂ ਨਿਯਮ। ਮਈ ਮਹੀਨੇ ਕੈਨੇਡਾ ਨੇ ਗਵਾਈਆਂ 68,000 ਨੌਕਰੀਆਂ। ਕੈਨੇਡਾ ਦੇ ਵਿੱਚ ਮਈ ਦੇ ਮਹੀਨੇ ਬੇਰੁਜ਼ਗਾਰੀ ਦਰ ਰਹੀ 8.2%। ਏਅਰ ਕੈਨੇਡਾ ਅਗਲੇ ਮਹੀਨੇ ਕਰੇਗੀ ਉਡਾਨਾਂ ਸ਼ੁਰੂ। ਇਟਲੀ ਦੇ ਨਾਲ ਉਡਾਨਾਂ ਸ਼ੁਰੂ ਕਰ ਰਹੀ ਏਅਰਲਾਈਨ। 1984 ਘੱਲੂਘਾਰੇ ਸੰਬੰਧੀ ਕੈਨੇਡਾ ਦੇ ਵਿੱਚ ਹੋਵੇਗਾ ਕੱਲ ਨੂੰ ਸਮਾਗਮ। ਵੈਨਕੂਵਰ ਆਰਟ ਗੈਲਰੀ ਬਾਹਰ ਜਗਾਈਆਂ ਜਾਣਗੀਆਂ ਮੋਮਬੱਤੀਆਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।